ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ ਪੀਬੀਐਨ ਦੇ ਐਂਟਰਟੇਨਮੈਂਟ ਦੇ ਕੈਨ ਸ਼ੋ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਤੁਹਾਨੂੰ ਮਿਲਵਾਉਣ ਲੈ ਕੇ ਜਾ ਰਹੇ ਹਾਂ ਸਾਡੇ ਸਾਰੇ ਦੇ ਹਰਮਨ ਪਿਆਰੇ ਯਾਨੀ ਕਿ ਕੇ ਦੀਪ ਸਾਡਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ ਸਾਡੇ ਦਰਸ਼ਕਾਂ ਨੂੰ ਪੀਬੀਐਨ ਨੂੰ ਕੀ ਕਹਿਣਾ ਤੁਸੀਂ ਕੁਝ ਜ਼ਿਆਦਾ ਹੀ ਫਾਸਟ ਬੋਲਦੇ ਹੋ। ਹਾਂਜੀ ਹਾਂਜੀ ਸਰ। ਤਾਂ ਐਨੀ ਹਾਓ ਮੈਨੂੰ ਹਾਸਾ ਤਾਂ ਆਇਆ ਹੈ, ਅੱਜ ਜਦ ਮੈਨੂੰ ਦਰਸ਼ਕਾਂ ਨੇ ਦੇਖਣਾ ਹੈ ਨਾ ਮੇਰੀ ਦਾੜੀ ਚਿੱਟੀ, ਉਹਨਾਂ ਨੂੰ ਇਹ ਨਹੀਂ ਪਤਾ ਲੋਕ ਅੱਜ ਕੱਲ੍ਹ ਦਾੜੀ ਕਾਲੀ ਕਰਦੇ ਹੈ, ਬਿਲਕੁਲ ਲੇਕਿਨ ਮੈਂ ਬੜੀ ਮੁਸ਼ਕਿਲ ਨਾਲ ਚਿੱਟੀ ਕੀਤੀ ਹੈ ਇਹ। ਤਾਂ ਉਮੀਦ ਹੈ ਚਿੱਟੀ ਦਾੜੀ ਸ਼ਾਇਦ ਕਾਲੀ ਨਾਲੋਂ ਜ਼ਿਆਦਾ ਮੈਨੂੰ ਅੱਛੀ ਲੱਗੇ ਇਨ ਫॉर ਫਿਊਚਰ। ਹਾਂਜੀ ਹੁਕਮ। ਸਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਸੋਹਣੇ ਲੱਗਦੇ ਹੈਗੇ ਹੋ, ਕਿਉਂਕਿ ਕਿਰਦਾਰ ਤੁਸੀਂ ਇੰਨੇ ਕਰ ਚੁੱਕੇ ਹੋ ਤੇ ਕਾਲੀ ਦਾੜੀ ਚਿੱਟੀ ਦਾੜੀ ਪਤਾ ਹੀ ਨਹੀਂ ਚੱਲਦਾ ਹੈਗਾ, ਬਚਪਨ ਤੋਂ ਸਾਨੂੰ ਦੇਖਦੇ ਆਏ ਸਰ। ਥੈਂਕ ਯੂ ਜੀ। ਸੋ ਦੇਖੋ ਗੱਲ ਇਹ ਹੈ ਵੀ ਸਾਡੀ ਤਾਂ ਦੁਨੀਆ ਹੈ, ਮੈਂ ਔਰ ਜਗਮੋਹਨ ਇੱਕ ਨਾਂ ਹੈ ਕੇਦੀਪ ਜਗਮੋਹਨ ਕੌਰ, ਲੇਕਿਨ ਅਫਸੋਸ ਇਹ ਹੈ ਵੀ ਰੱਬ ਦੇ ਹੱਥ ਦਾ ਜਗਮੋਹਨ ਜੀ ਨਹੀਂ ਹੈ, ਉਹਨਾਂ ਦਾ ਬਦਲ ਵੀ ਕੋਈ ਨਹੀਂ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ, ਉਹਨਾਂ ਦਾ ਮਿਰਜ਼ਾ, ਉਹਨਾਂ ਦੀ ਆਵਾਜ਼, ਉਹਨਾਂ ਦੀ ਸ਼ਖਸੀਅਤ, ਕਿੱਸਾ ਸੀ ਮਿਲੇ, ਬੜੀਆਂ ਕਹਾਣੀਆਂ ਨੇ ਇਹਦੇ ਵਿੱਚ, ਸਾਡੇ ਥਾਊਜ਼ੈਂਡਸ ਆਫ ਰੈਕਰਡਸ ਔਰ ਫਿਲਮਸ, ਲੋਟ ਆਫ ਅਦਰ ਥਿੰਗਸ। ਬੜਾ ਖੁਸ਼ੀ ਹੁੰਦੀ ਹੈ ਸਾਨੂੰ ਲੋਕਾਂ ਅੱਗੇ ਪਰਫਾਰਮ ਕਰਨ ਦੀ। ਸੋ ਅੱਜ ਤੁਸੀਂ ਆਏ ਹੋ। ਸੋ ਸਰ ਆਪਾਂ ਗੱਲ ਕਰੀਏ ਕਿ ਤੁਹਾਡੀ ਜੀਵਨੀ ਤੋਂ ਤੁਹਾਡਾ ਜਨਮ ਕਿੱਥੇ ਹੋਇਆ, ਮਮ ਡੈਡ ਕਿੱਥੇ ਰਹਿਣ ਵਾਲੇ ਸੀ, ਸਟੱਡੀ ਕਿੱਥੋਂ ਕੀਤੀ ਸੀ? ਦੇਖੋ ਜਿਹੜਾ ਕਈ ਪੁੱਛਦੇ ਨੇ ਗਾਣਾ ਕਿੱਥੋਂ ਸਿੱਖਿਆ, ਜਿਹੜਾ ਗਾਇਕ ਹੈ ਨਾ ਉਹ ਨਹੀਂ ਬਣ ਸਕਦਾ। ਗਾਇਕ ਤਾਂ ਮਾਂ ਦੇ ਪੇਟ 'ਚ ਹੀ ਆਉਂਦਾ ਹੈ। ਤੁਸੀਂ ਭਲਵਾਨ ਬਣ ਸਕਦੇ ਹੋ, ਤੁਸੀਂ SSP ਬਣ ਸਕਦੇ ਹੋ, IAS ਕਰ ਸਕਦੇ ਹੋ, ਪਾਇਲਟ ਬਣ ਸਕਦੇ ਹੋ, ਕੁਛ ਵੀ, ਪਰ ਤੁਸੀਂ ਗਾਇਕ ਨਹੀਂ ਬਣ ਸਕਦੇ। ਇਹ ਤਾਂ ਹਰ ਬੰਦੇ ਨੇ ਲਿਖਿਆ ਹੁੰਦਾ ਪਲੇਬੈਕ ਸਿੰਗਰ, ਉਹਨੂੰ ਸੁਣ ਕੇ ਦੇਖੋ ਜ਼ਰਾ। ਤਾਂ ਐਨੀ ਹਾਓ ਗਾਇਕ ਬੜੇ ਘੱਟ ਨੇ। ਰਫੀ ਸਾਹਿਬ ਜਿਵੇਂ ਸੀ, ਗੁਲਾਮ ਅਲੀ ਹੈ ਜਿਵੇਂ, ਬੁੜੇ ਗੁਲਾਮ ਅਲੀ ਖਾਂ, ਲਤਾ ਜੀ, ਆਸ਼ਾ ਜੀ, ਸਾਨੂੰ ਬੜਾ ਮੌਕਾ ਮਿਲਿਆ ਇਹਨਾਂ ਸਾਰਿਆਂ ਨਾਲ, ਸਾਰਿਆਂ ਦੇ ਨਾਲ ਗਾਉਣ ਦਾ ਵੀ, ਫਿਲਮਾਂ ਦੇ ਵਿੱਚ, ਔਰ ਇਹਨਾਂ ਨੂੰ ਮਿਲਣ ਦਾ ਵੀ ਬਹੁਤ ਸ਼ੌਕ ਹੈ। ਮੈਂ ਜਦੋਂ ਬੰਬੇ ਇੱਕ ਵਾਰੀ ਰਫੀ ਸਾਹਿਬ ਦਾ ਇੱਕ ਪੰਜਾਬੀ ਗੀਤ ਫਸਿਆ ਹੋਇਆ ਸੀ, ਚਮਨ ਲਾਲ ਸ਼ੁਗਲ ਨੇ ਲਿਖਿਆ, ਮੈਂ ਵੀ ਉੱਥੇ ਮੈਂ ਰਿਕਾਰਡਿੰਗ ਕਰਾਉਣਾ ਸੀ। ਮੈਂ ਇੱਕ ਕੁੜੀ ਨਵੀਂ ਇੰਟਰੋਡਿਊਸ ਕੀਤੀ ਸੀ ਪੰਜਾਬੀ ਦੀ, ਉਹਦਾ ਨਾਂ ਸੀ ਦਿਲਰਾਜ ਕੌਰ। ਉਹਨੇ ਕੁਛ ਪੰਜਾਬੀ ਫਿਲਮਾਂ 'ਚ ਗਾਇਆ, ਫਿਰ ਕੁੜੀਆਂ ਦੀ ਆਪਣੀ ਦੁਨੀਆ ਹੁੰਦੀ ਹੈ, ਕਿਸੇ ਮਿਊਜ਼ੀਸ਼ੀਅਨ ਨਾਲ ਉਹਦੇ ਤਾਲੁਕਾਤ ਹੁੰਦੇ ਨੇ, ਵਿਆਹ ਵੀ ਕਰਾ ਲਿਆ, 2-4 ਫਿਲਮਾਂ 'ਚ ਗਾਇਆ, ਅੱਛਾ ਗਾਇਆ ਸੀਗਾ ਉਹਦਾ। ਤਾਂ ਮੇਰਾ ਗੀਤ ਸੀਗਾ, ਮੈਨੂੰ ਗੀਤ ਦੇ ਵਰਡ ਹੀ ਨਹੀਂ ਯਾਦ ਆ ਰਹੇ ਤੇ ਮੈਂ ਚੁੱਪ ਕਰ ਗਿਆ ਸੀਗਾ। ਉਹਦੇ ਵਿੱਚ ਆਉਂਦੀ ਸੀ ਯੂਡਲੀ। ਯੂਡਲੀ ਦੁਨੀਆ 'ਚ ਸਿਰਫ ਕਿਸ਼ੋਰ ਨੇ ਕੀਤੀ ਹੈ, ਦੈਟ ਇਜ਼ ਕਾਲਡ ਯੂਡਲੀ। ਇੱਥੇ ਦੇ ਜਿਹੜੇ ਗਾਉਣ ਵਾਲੇ ਹੈ ਉਹ ਤਾਂ ਭੁੱਲ ਹੀ ਜਾਣ ਨਾ, ਇਹਨਾਂ 'ਚ ਕੋ ਕਰੂਗਾ। ਸੋ ਐਨੀ ਹਾਓ ਉਹਦੇ ਵਿੱਚ ਯੂਡਲੀ ਆਉਂਦੀ ਸੀ। ਰਫੀ ਸਾਹਿਬ ਦਾ ਅਤੇ ਉਹ ਲੜਕੀ ਦਾ ਗੀਤ ਸੀ। ਮੈਂ ਵੀ ਗਿਆ ਰਫੀ ਸਾਹਿਬ ਨਾਲ, ਕਾਫੀ ਅਸੀਂ ਗੀਤ ਕੀਤੇ ਪੰਜਾਬੀ ਫਿਲਮਾਂ ਦੇ। ਤਾਂ ਮੈਨੂੰ ਕਹਿੰਦੇ ਸੁਰਿੰਦਰ ਕੌਰ ਹੀ ਵਾਸ ਮਿਊਜ਼ਿਕ ਡਾਇਰੈਕਟਰ। ਮੈਂ ਮੂੰਹ ਨਾਲ ਵੀ ਸਾਜ਼ ਵਜਾਉਂਦਾ, ਆਈ ਐਮ ਦਾ ਵਨ ਓਨਲੀ ਔਨ ਦਿਸ ਅਰਥ। ਸੋ ਉਹ ਫਿਰ ਗੀਤ ਸੀ ਕੁਛ ਇਸ ਤਰ੍ਹਾਂ ਦਾ ਸੀ, ਕੋਈ ਟਰੱਕ ਮੁੰਡੇ ਫਸਾਈ ਜਾਂਦੀ ਹੈ, ਕਾਹਨੂੰ ਸਾਬੜਦਾ ਨਹੀਂ ਪੈਰਾ ਚੜਾਈ ਜਾਂਦੀ ਹੈ, ਛੋਟੀ ਗੱਡੀ ਨੂੰ ਕਹਿੰਦੇ ਉਹ ਡਨ 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 ਡਨ। ਸੋ ਮੈਂ ਦੂਸਰੇ ਦਿਨ ਅਖਬਾਰਾਂ 'ਚ ਆਇਆ, ਬੰਬੇ ਮੇਂ ਨਇਆ ਕਿਸ਼ੋਰ। ਹੋ ਫੋਨ 'ਤੇ ਫੋਨ। ਮੈਂ ਜਗਮੋਹਨ ਨੂੰ ਕਿਹਾ ਪੰਜਾਬ ਸੇ, ਮੈਂ ਕਿਹਾ ਫਟਾਫਟ ਆ ਜਾਓ, ਬੜਾ ਕੰਮ ਬਣ ਰਿਹਾ ਹੈ। ਮਿਊਜ਼ਿਕ ਡਾਇਰੈਕਟਰ ਕਈ ਫਰੈਂਡ ਨੇ ਪੁਰਾਣੇ, ਸੁਰਿੰਦਰ ਕੋਹਲੀ ਵਾਜ਼ ਮਾਈ ਫਰੈਂਡ, ਮਾਈ ਕਲਾਸ ਫੈਲੋ ਆਲਸੋ, ਹੁਣ ਉਹ ਨਹੀਂ ਰਹੇ। ਸੋ ਅਸੀਂ ਕੋਸ਼ਿਸ਼ ਕੀਤੀ ਵੀ ਬੰਬੇ ਮੇਰਾ ਫਰੈਂਡ ਉਦੋਂ ਤੋਂ ਹੀ ਮੈਂ ਲਿਆ ਹੋਇਆ ਸੀਗਾ ਜੀ ਸਰ। ਸੋ ਸਵੇਰੇ ਖਬਰ ਹੀ ਅਖਬਾਰ 'ਚ, ਉੱਥੇ ਦਾ ਅਖਬਾਰ ਆਉਂਦਾ ਸੀ ਸਦਾਕਤ, ਉਰਦੂ ਦੀ ਮੇਰੀ ਮਾਸਟਰੀ, ਮੈਂ ਪੜ੍ਹ ਲੈਣਾ ਉਰਦੂ। ਉੱਤੇ ਲਿਖਿਆ ਮੁੰਬਈ ਮੇਂ ਧਮਾਕਾ, ਬੰਬੇ ਮੇਂ ਨਇਆ ਕਿਸ਼ੋਰ, ਕਿਉਂਕਿ ਯੂਡਲੀ ਕਿਸ਼ੋਰ ਸਾਹਿਬ ਵੀ ਕਰਦੇ ਸੀ। ਆਈ ਲਵ ਕਿਸ਼ੋਰ। ਸੋ ਬਾਕੀ ਮੈਂ ਮੁਕੇਸ਼ ਹੋਰਾਂ ਨੂੰ ਵੀ ਬੜਾ ਗਾਇਆ, ਰਫੀ ਸਾਹਿਬ ਨੇ ਵੀ ਗਾਇਆ। ਪੰਜਾਬੀ ਗੀਤ ਤਾਂ ਸਾਡੇ ਤੁਸੀਂ ਸੁਣਦੇ ਹੀ ਹੋ ਰੋਜ਼। ਬਾਕੀ ਸਾਡੀ ਵਰਲਡ ਵਾਈਡ ਕਾਮੇਡੀ ਹੈ, ਜਿਹਨੂੰ ਦਲੀਪ ਸਾਹਿਬ, ਰਾਜ ਕਪੂਰ, ਰਾਜਿੰਦਰ ਕੁਮਾਰ, ਪ੍ਰਿਥਵੀਰਾਜ ਕਪੂਰ,
ਸਾਰਿਆਂ ਨੇ ਬੜਾ ਸੁਣਿਆ, ਕਰੋ ਕਰੀ ਸੁਣਿਆ ਇਹਨਾਂ ਨੇ। ਔਰ ਉਹਦਾ ਨਾਮ ਮਾਈ ਮੋਹਣੋ ਤੇ ਪੋਸਤੀ। ਮਾਈ ਮੋਹਣੋ ਪੋਸਤੀ ਦਾ ਕਿਰਦਾਰ ਮੈਂ ਪੋਸਤੀ ਬਣਦਾ ਹੈ। ਸਾਨੂੰ ਮਾਈ ਮੋਹਣੋ ਦੀ ਵੈਸੇ ਤਲਾਸ਼ ਹੈ। ਮਾਈ ਮੋਹਣੋ ਤਾਂ ਜਗਮੋਹਨ ਜੀ ਬਣਦੇ ਸੀ। ਮੇਰਾ ਆਪਣਾ ਹੀ ਸਟਾਈਲ ਹੁੰਦਾ ਸੀਗਾ। ਜਿਸ ਤਰ੍ਹਾਂ ਮੈਂ ਓਪਨ ਕਰਦਾ ਸੀ ਇਹਨੂੰ, ਹਾ ਮੈਂ ਕਿਹਾ ਮਾਈ ਮੋਹਣੋ, ਸੌਰੀ ਆਈ ਐਮ ਨਾਟ ਫੀਲਿੰਗ ਵੈਲ। ਮੈਂ ਕਿਹਾ ਮਾਈ ਮੋਹਣੋ, ਕਹਿੰਦੀ ਮਰ ਜਾਣਿਆ ਪੋਸਤੀ। ਆਪਣੀ ਟਿਪੀਕਲ ਪੰਜਾਬੀ ਬੋਲਦੇ ਸੀ। ਸਾਨੂੰ ਮਾਈ ਮੋਹਣੋ ਲੱਭ ਹੀ ਨਹੀਂ ਰਹੀ। ਮਰ ਜਾਣਿਆ ਪੋਸਤੀ ਆ ਨਾ। ਮੈਂ ਸਵੇਰੇ ਸਵੇਰੇ ਕਿਤੇ ਨੂੰ ਮੂੰਹ ਚੱਕਿਆ, ਨਾ ਦਾਤਣ ਨਾ ਪਾਣੀ। ਮੈਨੂੰ ਸਾਹਮਣੇ ਕਹਿੰਦਾ ਮਾਈ ਮੋਹਣੋ ਤੁਸੀਂ ਕਿੱਧਰ ਆਏ ਹੋ, ਮੈਨੂੰ ਇਹ ਦੱਸੋ ਵੀ ਤੁਸੀਂ ਕਿੱਧਰ ਨੂੰ ਮੂੰਹ ਚੱਕਿਆ। ਕਹਿੰਦੀ ਮੈਂ ਲੰਬੜਾ ਦੇ ਮੁੰਡੇ ਦਾ ਸ਼ਗਨ ਪਾ ਕੇ ਆਈ ਹਾਂ। ਉਹ ਕਹਿੰਦੀ ਤੂੰ? ਮੈਂ ਕਿਹਾ ਮੈਂ ਸ਼ਗਨ ਮੋੜ ਕੇ ਆਇਆ। ਉਹ ਕਹਿੰਦੀ ਮਰ ਜਾਣਿਆ, ਸ਼ਗਨ ਤਾਂ ਸ਼ਗਨਾਂ ਵਾਲੀ ਗੱਲ ਹੁੰਦੀ ਹੈ, ਵਿਆਹ ਦੀ ਗੱਲ ਹੁੰਦੀ ਹੈ, ਖੁਸ਼ੀ ਦੀ ਗੱਲ ਹੁੰਦੀ ਹੈ। ਤੂੰ ਸ਼ਗਨ ਕਿਉਂ ਮੋੜਿਆ? ਤੇਰੇ ਕਿਸੇ ਨੇ ਜੁੱਤੀਆਂ ਨਹੀਂ ਮਾਰੀਆਂ? ਮੈਂ ਕਿਹਾ ਮਾਈ ਮੋਹਣੋ ਕਿਹੜਾ ਜੰਮਿਆ ਮੇਰੀ ਜੁੱਤੀ ਮਾਰਨ ਵਾਲਾ। ਜਦ ਮੈਂ ਘਰ ਗਿਆ ਉੱਥੇ ਕੌਂ ਪੈਂਦੇ ਸੀ। ਕਹਿੰਦੀ ਮੈਂ ਸ਼ਗਨ ਪਾ ਕੇ ਆਈ ਹਾਂ, ਉੱਥੇ ਬੰਦੇ 'ਤੇ ਬੰਦਾ ਚੜ੍ਹਿਆ ਹੋਇਆ ਸੀ। ਤੂੰ ਕਹਿੰਦਾ ਸ਼ਗਨ ਪਾਉਣ ਗਈ ਤਾਂ ਕੌਂ ਪੈਂਦੇ ਸੀ। ਕੌਂ ਦਾ ਮਤਲਬ ਸਮਝ ਕੇ ਨਾ ਵੀ ਬੰਦਾ ਟਾਵਾਂ ਟਾਵਾਂ ਸੀ। ਮੈਂ ਕਿਹਾ ਇੱਧਰ ਸੀ ਮਾਈ ਮੋਹਣੋ। ਕਹਿੰਦੀ ਵੀ ਉਹ ਕਿਉਂ? ਮੈਂ ਕਿਹਾ ਜਦ ਮੈਂ ਗਿਆ ਤਾਂ ਸन्नाटा, ਵਿਆਹ ਵਾਲਾ ਮੁੰਡਾ ਕੰਧ ਨਾਲ ਲੱਗਿਆ ਖੜਾ। ਮੈਂ ਕਿਹਾ ਉਹ ਕਿਉਂ? ਕਹਿੰਦਾ ਮੈਂ ਕਿਹਾ ਸੁਣ ਲਓ, ਮੈਂ ਮੁੰਡੇ ਨੂੰ ਹੱਥ ਲੈ ਡਿੱਗ ਪਿਆ। ਮੈਂ ਕਿਹਾ ਮੈਂ ਚੁੱਕਿਆ, ਫਿਰ ਡਿੱਗ ਪਿਆ। ਜਦ ਉੱਠਿਆ ਆਪਣੇ ਇੱਥੇ ਹੱਥ ਲਾ ਕੇ ਮੂੰਹ ਤੋਂ ਲਾਈ ਜਾਵੇ, ਬਟਨ ਤੋੜ ਖਾਈ ਜਾਵੇ। ਜਦ ਲੰਬੜਦਾਰ ਆ ਗਿਆ, ਕਹਿੰਦਾ ਕੀ ਗੱਲ ਹੈ? ਆਓ ਜੀ ਆਓ। ਕਹਿੰਦਾ ਮੈਂ ਕਿਹਾ ਲੰਬੜਾ ਕੀ ਹੈ? ਮੁੰਡੇ ਨੂੰ ਕੱਲ੍ਹ ਕੀ ਘਰ ਸन्नाटा। ਕਹਿੰਦਾ ਤੁਹਾਨੂੰ ਨਹੀਂ ਪਤਾ? ਮੈਂ ਕਿਹਾ ਮੈਨੂੰ ਨਹੀਂ ਪਤਾ। ਕਹਿੰਦਾ ਵਿਆਹ ਤਾਂ ਸੀ ਵੱਡੇ ਮੁੰਡੇ ਦਾ, ਹਨੀਮੂਨ ਛੋਟਾ ਮਨਾ ਗਿਆ। ਹੋ ਲਾਫਟਰ ਦਿੰਦੇ ਅਸੀਂ ਇੱਥੇ। ਕਹਿੰਦੇ ਵੀ ਉਹ ਕਿਉਂ? ਉੱਥੇ ਫਿਰ ਕਾਮੇਡੀ ਦੱਸਦੇ ਨਾ ਅਸੀਂ ਜਦੋਂ। ਉਹ ਕਹਿੰਦੀ ਮਾਈ ਮੋਹਣੋ ਕਹਿ ਰਹੀ, ਕਹਿੰਦੇ ਵੀ ਤੂੰ ਸਮਝਾਇਆ ਹੋਣਾ ਸੀ ਲੰਬੜ ਨੂੰ। ਮੈਂ ਕਿਹਾ ਮੈਂ ਸਮਝਾਇਆ। ਕਹਿੰਦੀ ਕੀ? ਮੈਂ ਕਿਹਾ ਲੰਬੜਾ ਦਿਲ ਰੱਖ, ਗੱਲ ਇਹ ਹੈ ਵੀ ਕੀ ਹੋ ਗਿਆ ਜੇ ਕੁੱਤਾ ਕਪਾਹ 'ਚੋਂ ਲੰਘ ਗਿਆ, ਕਿਤੇ ਰਜਾਈ ਤਾਂ ਨਹੀਂ ਭਰਾ ਕੇ ਲੈ ਗਿਆ? ਹੋਰ ਹੋ ਜੂਗਾ ਵਿਆਹ, ਗੱਲ ਹੀ ਕੁਛ ਨਹੀਂ। ਕਹਿੰਦੀ ਤੇ ਫਿਰ ਮੈਂ ਗੱਲ ਇਹ ਹੈ ਮਾਈ ਮੋਹਣੋ, ਅੱਜ ਕੱਲ੍ਹ ਗਲਤੀ ਤਾਂ ਇਹਨਾਂ ਦੀ ਨਹੀਂ, ਇਹ ਹੈ ਕਿ ਬਿਜਲੀ ਬੋਰਡ ਦੀ ਗਲਤੀ ਹੈ। ਹਰਿਆਣੇ 'ਚ ਹੁਣ ਤਾਈਂ ਇੱਕ ਜਿਹੜੇ ਬਰਾਤਾਂ ਠਹਿਰਦੀਆਂ ਉਹਨੂੰ ਕੀ ਕਹਿੰਦੇ ਹੈ? ਗੈਸਟ ਹਾਊਸ। ਉਹ ਕਈ ਬੱਤੀ ਚਲੀ ਜਾਵੇ, ਪਤਾ ਹੀ ਨਹੀਂ ਲੱਗਦਾ ਕਿਹੜਾ ਬੰਦਾ ਕਿਹੜੇ ਹਨੇਰੇ 'ਚ ਕਿਹਨੂੰ ਲੈ ਕੇ ਪੈ ਗਿਆ। ਮਤਲਬ ਉੱਥੇ ਕਮਰਿਆਂ ਦੀ ਘੱਟ ਲਾਈਟ ਚਲੀ ਗਈ। ਉਹ ਕਿਤੇ ਗਲਤੀ ਹੋ ਗਈ ਹੋਣੀ ਆ। ਮੈਂ ਸਮਝਾਇਆ ਹੋ ਗਿਆ ਲੰਬੜ ਨੂੰ। ਮੈਂ ਕਿਹਾ ਲੰਬੜਾ ਕੀ ਹੋ ਗਿਆ ਜੇ ਕੁੱਤਾ ਕਪਾਹ 'ਚੋਂ ਲੰਘ ਗਿਆ, ਕਿਤੇ ਰਜਾਈ ਤਾਂ ਨਹੀਂ ਭਰਾ ਕੇ ਲੈ ਗਿਆ? ਇੱਥੇ ਲਾਫਟਰ ਹੈ। ਸੋ ਮਾਈ ਮੋਹਣੋ ਦੇ ਬੜੇ ਆਸ਼ਰੇ ਜੀ। ਪੋਸਟ ਸੀ ਲੰਡਨ ਵਿੱਚ, ਪੋਸਟ ਸੀ ਕੈਨੇਡਾ ਵਿੱਚ, ਪੋਸਟ ਸੀ ਲੁਧਿਆਣੇ ਵਿੱਚ। ਬਹੁਤ ਐਸੇ ਇੰਟਰਨੈਸ਼ਨਲੀ ਨੋਨ ਕਾਮੇਡੀ। ਅਤੇ ਹੋਰ ਦੱਸੋ ਮੈਨੂੰ ਸਰ। ਗਾਇਕੀ ਵੱਲ ਤੁਸੀਂ ਕਿਹਾ ਕਿ ਸਾਰੇ ਗਾਇਕੀ ਹੈ ਨਾ, ਗੁਰਦਾਸ ਮਾਨ ਹੋ ਗਏ, ਸਾਰੇ ਦੇ ਸਾਰੇ ਤੁਹਾਡੇ ਨਾਲ ਬਹੁਤ ਰਹੇ, ਬਹੁਤ ਟੂਰ ਤੁਸੀਂ ਕੀਤੇ ਨੇ। ਔਰ ਸਿੱਧੂ ਸਾਹਿਬ ਦੀ ਲਾਈਨਾਂ ਤੁਸੀਂ ਦੱਸੀਆਂ ਨੇ, ਸਵੇਰੇ ਚਲੀਏ ਜਲੰਧਰ ਸ਼ਾਮੀ ਦਿੱਲੀ। ਕਿੱਦਾਂ ਹੈ ਸਰ ਸੌਂਗ ਸੀ? ਯਾਰ ਗਾਇਕਾਂ ਬਾਰੇ ਤਾਂ ਨਾ ਹੀ ਗੱਲ ਕਰੋ। ਅੱਛਾ ਜੀ। ਕਿਉਂਕਿ ਗਾਇਕ ਕੋਈ ਹੈ ਹੀ ਨਹੀਂ। ਗੁਰਦਾਸ ਇਜ਼ ਮਾਈ ਡਿਸਾਈਪਲ, ਉਹਨੂੰ ਬ੍ਰੇਕ ਮੈਂ ਹੀ ਦਿੱਤੀ ਸੀ। ਉਹਦਾ ਪਹਿਲਾ ਗੀਤ ਉਹ ਜਿਹੜਾ ਮੈਨੂੰ ਨਾਂ ਭੁੱਲ ਗਿਆ, ਮੈਂ ਹੀ ਕਰਾਇਆ ਸੀ HMV 'ਚ ਜਾ ਕੇ। ਹੀ ਇਜ਼ ਅ ਨਾਈਸ ਗਾਏ, ਨਾਈਸ ਬੋਏ, ਐਂਡ ਹੀ ਇਜ਼ ਅ ਬੈਟਰ ਡਾਂਸਰ ਦੈਨ ਸਿੰਗਰ, ਐਂਡ ਹੀ ਇਜ਼ ਅ ਬੈਟਰ ਸਿੰਗਰ ਦੈਨ ਡਾਂਸਰ। ਲੋਟ ਆਫ ਅਦਰਸ ਯੂ ਨੋ, ਕਈਆਂ ਨੂੰ ਵਿਚਾਰਿਆਂ ਨੂੰ ਉਹਨਾਂ ਲਈ ਤਾਂ ਗਾਣਾ ਕੋਲ ਦੀ ਨਹੀਂ ਲੰਘਿਆ ਹੋਇਆ। ਮੈਨੂੰ ਦੁੱਖ ਹੁੰਦਾ ਹੈ। ਜਿਵੇਂ ਹੁਣ ਮੈਂ ਆ, ਆਈ ਕਾਂਟ ਐਪਰੀਸ਼ੀਏਟ ਮਾਈ ਸੈਲਫ। ਹਿੰਦੀ ਤਾਂ ਉਹਨਾਂ ਦੇ ਕੋਲ ਦੀ ਨਹੀਂ ਲੰਘੀ ਹੈ। ਅਤੇ ਫਿਰ ਵੀ ਇਹਨਾਂ ਨੂੰ ਆ PTC ਨੂੰ ਇਲਮ ਹੈ ਨਹੀਂ ਗਾ ਵੀ ਮੇਰੇ ਆਪਣੇ ਐਸ ਮੈਡਮ ਸ਼ਿੰਦੇ ਔਰ ਦੂਸਰੇ ਭਾਈ ਸਾਹਿਬ ਵੀ ਸਾਰੇ ਵੀ ਰਿਸਪੈਕਟ। ਅਸੀਂ ਉਹਨਾਂ ਨੂੰ ਬੜੇ ਪ੍ਰੋਗਰਾਮ ਦਿੱਤੇ ਨੇ। ਜਿਵੇਂ ਮੈਂ ਗਾਉਣਾ ਹੋਵੇ ਰਫੀ ਨੂੰ, ਮੈਂ ਕਿਵੇਂ ਗਾਵਾਂ? ਤੁਮਾਰੀ ਜ਼ੁਲਫ ਕੇ, तुम्हारी जुल्फ के साए में शाम कर लूँगा,
तुम्हारी नजर मिलाई तो पूछूंगा इश्क का अंजाम, नजर झुकाई तो खाली सलाम कर लूँगा तुम्हारी जुल्फ के। क्या होता है? मैं काफ़ी अपने साज अपनी ज़ुबान नाल बजाना है, तो मेरा गिनीज़ बुक ऑफ रैकड 'ਚ ਨਾਂ ਤਾਂ ਨਹੀਂ, आई कैन पुट एनी टाइम। ਤੁਹਾਡਾ ਜ਼ਿੰਮਾ ਬਣਦਾ ਹੈ ਮੈਨੂੰ ਅਵਾਰਡ ਦਿਵਾਉਣ ਦਾ ਇਸ ਗੱਲ ਦਾ। ਸੋ ਸਰ ਤੁਹਾਡਾ ਪਹਿਲਾ ਟਰੈਕ ਕਿਹੜਾ ਸੀਗਾ ਜੋ ਇੰਡਸਟਰੀ 'ਚ ਆਇਆ ਸੀ ਮਿਊਜ਼ਿਕ ਦੀ ਦੁਨੀਆ 'ਚ? ਪਹਿਲਾ ਗਾਣਾ ਦੇਖੋ, ਇਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਗਾਇਕ ਮਾਂ ਦੇ ਪੇਟ 'ਚ ਹੁੰਦਾ, ਗਾਇਕ ਬਣ ਨਹੀਂ ਸਕਦਾ ਐਵੇਂ, ਕੁਦਰਤੀ ਹੁੰਦਾ। ਤੁਸੀਂ ਯੂ ਕੈਨ ਬੀ ਐਨੀਥਿੰਗ। ਪਹਿਲਾ ਗੀਤ ਮੈਨੂੰ ਬਚਪਨ 'ਚ ਸ਼ੌਕ ਸੀਗਾ। ਮੈਂ ਛੋਟਾ ਹੁੰਦਾ ਰਫੀ ਸਾਹਿਬ ਨੂੰ ਪਸੰਦ ਕਰਦਾ ਸੀ। ਜੀ ਸਰ। ਤੁਹਾਨੂੰ ਆਵਾਜ਼ ਸੁਣਾਈ ਹੈ, ਹਾਂਜੀ। ਰਫੀ ਟਾਈਪ ਹੈ ਮੇਰੀ ਵਾਇਸ, ਲੇਕਿਨ ਮੇਰੀ ਜਗ੍ਹਾ ਤਾਂ ਬੰਬਈ ਸੀ, ਪਰ ਪੰਜਾਬ ਵੀ ਆਪਣਾ, ਇਹਨਾਂ ਨੂੰ ਵੀ ਕੁਝ ਦੇਣਾ ਹੀ ਹੁੰਦਾ ਹੈ। ਸਭ ਤੋਂ ਪਹਿਲਾਂ ਗੀਤ ਮੇਰਾ ਸਕੂਲ 'ਚ ਮੈਂ ਗਾਣਾ, ਜੋ ਰਿਸੈਸ ਹੋਣੀ, ਰਿਸੈਸ ਵੇਲੇ ਸਾਤੋਂ ਸੁਣਦੇ ਆ ਨਾ ਕਈ ਵਾਰੀ, ਉਹਦੇ ਵਿੱਚ ਸੈਟਰਡੇ ਨੂੰ, ਅਤੇ ਮਾਸਟਰ ਨੇ ਸਟੂਲ ਰੱਖ ਦੇਣਾ, ਮੈਨੂੰ ਕਹਿਣਾ ਸੁਣਾ ਰਫੀ ਸਾਹਿਬ ਦਾ ਗੀਤ ਦੁਨੀਆ ਕੀ ਰਖਵਾਲੇ, ਮੈਂ ਸੁਣਾਉਣਾ। ਹੋਰ ਵੀ ਕਾਫੀ ਹਿੱਸਾ ਲੈਣਾ। ਫਿਰ ਕਾਲਜ ਚਲੇ ਗਏ, ਮੈਂ GGN ਖਾਲਸਾ ਕਾਲਜ ਪੜ੍ਹਦਾ ਸੀ, ਉੱਥੇ ਵੀ ਮੈਂ ਹੀ ਉੱਥੇ ਗਰੁੱਪ ਬਣਾਇਆ, ਟੌਪ ਮੈਂ ਹੀ ਸੀ। ਜਿਸ ਕਾਲਜ ਜਾਣਾ ਸਭ ਨੇ ਕਹਿਣਾ ਓਏ ਲੁਕੋ ਲੋ ਬਈ, ਆਪਣਾ ਸਾਰਾ ਕੁਛ ਦੀਪ ਆ ਗਿਆ, ਅਵਾਰਡ ਤਾਂ ਲੈ ਹੀ ਜਾਣਾ। ਬੜੇ ਅਵਾਰਡ ਮੈਂ ਲੈਂਦਾ ਸੀ। ਕਿਸ਼ੋਰ ਟਾਈਪ ਵੀ ਮੈਂ ਉੱਥੇ ਵੀ ਗਾਉਂਦਾ ਸੀ। ਮੰਨਾ ਡੇ ਨੂੰ ਮੈਂ ਬਹੁਤ ਗਾਇਆ। ਮੇਰੇ ਮਨਪਸੰਦੀਦਾ ਆਰਟਿਸਟਾਂ ਵਿੱਚੋਂ ਮੰਨਾ ਡੇ ਹੈ, ਕਿਸ਼ੋਰ ਹੈ, ਮੁਹੰਮਦ ਰਫੀ ਹੈ, ਗੁਲਾਮ ਅਲੀ ਹੈ, ਔਰ ਮਹਿੰਦੀ ਹਸਨ ਸਾਹਿਬ, ਐਂਡ ਲੋਟ ਆਫ ਅਦਰਸ ਜਿਹੜੇ ਵਿਚਾਰੇ ਨਵੇਂ ਜਾਂਦੇ ਹੈ, ਉਹ ਵੀ ਕਈ ਵਿੱਚੋਂ ਚੰਗੇ ਨਿਕਲਦੇ ਆ। ਕਿਸ਼ੋਰ ਜੀ ਤਾਂ ਹੈਗੇ ਆ, ਹੋਰ ਕਈ ਉਹਨਾਂ ਵਰਗੇ ਆਏ ਚਲੇ ਗਏ, ਟਿਕੇ ਨਹੀਂ, ਉਹ ਵਿਚਾਰੇ ਊਂ ਹੀ ਰੱਬ ਨੂੰ ਪਿਆਰੇ ਹੋ ਗਏ। ਸੋ ਗਾਣਾ ਮਾਸਟਰ ਜੀ ਨੇ ਸਟੂਲ ਰੱਖ ਕੇ ਮੇਰੇ ਤੋਂ ਸੁਣਨਾ ਇੱਕ ਦਿਨ। ਫਿਰ ਸਭ ਤੋਂ ਪਹਿਲਾ ਗੀਤ ਜਿਹੜਾ ਮੇਰਾ HMV 'ਚ ਹੋਇਆ, ਮੈਨੂੰ HMV ਨੇ ਲੱਭ ਲਿਆ ਇੱਕ ਸਟੇਜ ਤੋਂ, ਚੰਡੀਗੜ੍ਹ ਬਹੁਤ ਲੱਖਾਂ ਦੀ ਤਾਦਾਦ ਜਲਸਾ, ਗੱਡੀ ਰੋਕ ਕੇ ਮਿਸਟਰ ਜ਼ਹੀਰ ਸਾਹਿਬ ਸੀਗੇ, कहते अरे बात सुनना भाई। मैं क्या हाँ जी। अरे यार क्या आवाज़ पाई है तुमने, कमाल कर दिया रफ़ी साहब का गीत गा के। मैं कहा जी आपको अच्छा लगा? हाँ। ਅਸੀਂ कॉलेज पढ़ते थे। कहता आप रिकॉर्डिंग चाहते हैं? मैं कहा रिकॉर्डिंग जैसे रफ़ी साहब की और आशा जी की और तलत महमूद की? हाँ हाँ भाई आपकी आवाज़ कम नहीं है। एक मिस्टर मैनन सी बिचो उठा, कहना आप कम नहीं है किसी से, हमें मिले, ये मेरा कार्ड है। मैं कहा जी हमारी कहाँ रिकॉर्डिंग होती है, रिकॉर्डिंग तो रफ़ी साहब की होती है, लता जी की होती है। आशा सिंह मस्ताना का मैंने नाम लिया, बचपन में इसके गीत गाते थे। मैं कहा मस्ताना साहब की रिकॉर्डिंग होती है। कहते आप आओ। मैं जी बॉम्बे चले गया ना, दिल्ली। ऐ तो एक फ्लाइंग एक्सप्रैस आती होंगी सी। बी जी कहते ना भी गल सुन तू कल कॉलेज नहीं जाना? मैं कहा जी नहीं बी जी मैं चलिया उत्थे। मैं उतरिया तो पंजाब के रंग बन गए आर्टिस्ट, किसी ने तुरला, किसी ने लाल पग, कोई रिहर्सलां कर रहा कि तुम भी बजा रहे। भाई यार इन्होंने देखा तो लगता किते ना किते। उत्थे साडी पंजाब की एक आर्टिस्ट होंदी सी नरेंद्र बीबा, शी वॉज आल्सो वेरी पॉपुलर लाइक जगमोहन। तो वो मैनू कहन लगे वे तू दीप तेरा नाम? मैं कहा हाँ जी मैं कुलदीप नहीं हुण मैं के दीप बन गया। कहते अच्छा। मैं क्या मिस्टर मैनन? कहते असीं तां सवेर दे बैठे हैं इत्थे, साडी रिकॉर्डिंग है, मैनन सब उपर ने। मैं फोन ते गल कीती, साडे पंजाब दे बेचारे अंग्रेजी तो डरदे सी थोड़े जे। फिर कुड़ी है, मैं कहने टॉक टू मिस्टर मैनन प्लीज़? कहती प्लीज़। मैं कहा आई एम फ्रॉम लुधियाना के दीप। मैनन ने उपर ही हाथ मारिया, कहता कम डाउन कम अप। मैं गया, उन्हें वो बेचारे आर्टिस्ट जिन्ने आए थे ना, कहते आपकी रिकॉर्डिंग होगी कल, इफेक्ट है। कहते ये बाहर से आए हैं पहली बार है रिकॉर्डिंग। लो जी मैं उत्थे गीत गाया सी नशिया ना ला के यारी,
ਰੋਲੀ ਮੈਂ ਇੱਜ਼ਤ ਸਾਰੀ ਉਹਦੇ ਉਹ ਹਸਨਪੁਰੀ ਨੇ ਲਿਖ ਕੇ ਦਿੱਤਾ ਸੀ ਮੈਨੂੰ। ਉਹ 'ਚ ਮੈਂ ਯੂਡਲੀ ਕੀਤੀ ਸੀ, ਫਸਟ ਟਾਈਮ ਯੂਡਲੀ ਮੇਰੀ ਉਹਦੇ 'ਚ ਆਈ। ਤਾਂ ਦੈਟ ਵਾਜ਼। ਉਸ ਤੋਂ ਬਾਅਦ ਫਿਰ ਮੈਨੂੰ ਜਗਮੋਹਨ ਨਾਲ ਮੁਲਾਕਾਤ ਹੋ ਗਈ। ਕੈਲਕਟਾ ਇੱਕ ਸ਼ੋਅ ਸੀ ਬਹੁਤ ਵੱਡਾ, ਲੱਖਾਂ ਦੀ ਤਾਦਾਦ ਵਿੱਚ ਲੋਕ, ਅਸੀਂ ਫਸਟ ਆਏ ਸੀ ਉਹਦੇ 'ਚੋਂ। ਕੁੰਵਰ ਮਹਿੰਦਰ ਸਿੰਘ ਬੇਦੀ ਸੀਗੇ IAS ਅਫੀਸਰ ਪੰਜਾਬ ਦੇ, ਗ੍ਰੇਟ ਰਾਈਟਰ, ਰਫੀ ਸਾਹਿਬ ਦੇ ਸਭ ਤੋਂ ਕਲੋਜ਼ ਫਰੈਂਡ ਉਹ ਰਹੇ ਨੇ। ਜਦ ਮੈਨੂੰ ਜਾਣਦੇ ਸੀ, ਜਦ ਮੈਂ ਕਹੇ ਕਹਿੰਦੇ ਉਹ ਦੀਪ ਕੰਮ, ਉੱਥੇ ਫਿਰ ਸਟੇਜ 'ਤੇ ਉਹੀ ਕੰਡਕਟ ਨਹੀਂ ਸੀ ਕਰਦੇ, ਹੀ ਵਾਜ਼ ਆਲ ਇਨ ਆਲ। ਉੱਥੇ ਫਿਰ ਮੈਂ ਅਤੇ ਜਗਮੋਹਨ ਨੇ ਬਹੁਤ ਸਮਾਂ ਬੰਨਿਆ। ਦੁਕਾਨਾਂ 'ਤੇ ਕੀ ਗਾਉਣਾ ਸੀ। ਜਗਮੋਹਨ ਦੀ ਉਸ ਵੇਲੇ ਅੰਗੇਜਮੈਂਟ ਕਿਸੇ ਮਿਲਟਰੀ ਅਫੀਸਰ ਨਾਲ ਹੋ ਚੁੱਕੀ ਸੀ। ਉਹ ਸਾਡੀ ਐਸੀ ਮੁਲਾਕਾਤ ਹੋਈ, ਫਿਰ ਅਸੀਂ ਇੱਕ ਹੋ ਗਏ। ਉਸ ਵਾਰ ਅਸੀਂ ਮਾਈ ਮੂੰਹ ਨੂੰ ਪੂਸੀ ਲਿਆਂਦਾ। ਲੱਖਾਂ ਹੀ ਗੀਤ ਸਾਡੇ, ਬਾਬਾ ਵੀ ਕਲਾ ਮਰੋੜ, ਤੂੰ ਜੋ ਵੀ ਆ, ਸਾਡੇ ਗੀਤ ਸਾਰੇ ਬੜੇ ਮਕਬੂਲ ਰਹੇ। ਅਤੇ ਹੋਰ ਕਈ ਗੀਤ ਇਹ ਇੱਕ ਸੀਗਾ ਉਹ ਜਿਹਦੇ ਤੂੰ ਜੋ ਸੁਰ ਹੈ, ਨਹੀਂ ਉਹ ਵਿਆਹ ਸ਼ਾਦੀਆਂ ਦੇ ਸਿੱਠਣੀਆਂ ਦਾ ਗੀਤ ਇੱਕ ਹੋਰ ਸੀਗਾ ਸਾਡਾ, ਗੁਰਦੇਵ ਦਾ ਸੀਗਾ। ਸੋ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਆਉਂਦੇ ਹੋ, ਅਗਲੇ ਪਿਛਲੇ ਗੀਤ ਸਾਨੂੰ ਯਾਦ ਆਉਂਦੇ ਆ। ਤਾਂ ਸਾਰਾ ਗੀਤ ਹੈ ਕਿ ਬਾਲੀਵੁੱਡ ਦੇ ਵਿੱਚ ਸਾਰੀ ਇੰਡਸਟਰੀ ਨੂੰ ਮਿਲੇ ਹੋਏ, ਧਰਮ ਸਾਹਿਬ ਹੋ ਗਏ, ਗੁਲਾਮ ਅਲੀ ਨੇ ਸਾਨੂੰ ਕੋਕ, ਧਰਮਿੰਦਰ ਹੋਣੀ ਤਾਂ ਸਾਡੇ ਪਿੰਡਾਂ 'ਚੋਂ ਹੀ ਨੇ, ਅਤੇ ਬਹੁਤ ਪ੍ਰੋਗਰਾਮ ਸਾਡੇ 'ਤੇ ਆਉਂਦੇ ਆ। ਉੱਥੇ ਆਲਮੋਸਟ ਰਾਜ ਕਪੂਰ, ਪ੍ਰਿਥਵੀ ਰਾਜ ਕਪੂਰ ਸਾਹਿਬ ਮੇਰੇ ਬੜੇ ਫੈਨ ਸੀ। ਮੇਰੀ ਬੱਚੀ ਪ੍ਰਿਥਵੀ ਰਾਜ ਕਪੂਰ, ਮੈਂ ਕਈ ਵਾਰੀ ਕਾਪੀ ਕਰਦਾ ਸੀਗਾ। ਫਿਰ ਗੁਲਾਮ ਅਲੀ ਵੀ ਸਟੇਜਾਂ 'ਤੇ ਅਸੀਂ ਇਕੱਠੇ ਹੁੰਦੇ ਹਾਂ। ਕਈ ਅਵਾਰਡ ਬਹੁਤ ਮਿਲੇ ਅੱਜ ਤੋਂ। ਸਾਡਾ ਹੈ ਜਿਹੜਾ ਇਹਨਾਂ ਦਾ ਹੁਣ PTC ਦੇ ਅਵਾਰਡ ਮੈਨੂੰ ਮਿਲ ਚੁੱਕੇ ਹੈ, ਲੋਟ ਆਫ ਅਦਰਸ ਯੂ ਨੋ। ਅਤੇ ਮੈਂ ਦੱਸਿਆ ਨਾ ਵੀ ਗਾਇਕ ਬੰਦਾ ਸਰਕਾਰ ਤੋਂ ਵੀ ਤੁਹਾਨੂੰ ਅਵਾਰਡ ਮਿਲੇ। ਹਾਂ, ਹੁਣੇ ਮੈਨੂੰ ਪਿਛਲੇ ਸਾਲ ਬਾਦਲ ਸਾਹਿਬ ਨੇ ਦਿੱਤਾ ਹੈ, ਜਿਹੜਾ ਸਭ ਤੋਂ ਪੰਜਾਬ ਸਰਕਾਰ ਕੋਲ ਸਭ ਤੋਂ ਵੱਡਾ ਉਹੀ ਅਵਾਰਡ ਸੀ। ਉਹਨੂੰ ਕਹਿੰਦੇ ਸਟੇਟ ਅਵਾਰਡ। ਉਹ ਤਸਵੀਰ ਹੈ, ਤੋ ਤਸਵੀਰਾਂ ਤਾਂ ਇੱਥੇ ਤਸਵੀਰਾਂ ਦੀ ਦੁਨੀਆ, ਉੱਧਰ ਮੇਰੇ ਵੱਡੇ ਭਾਈ ਸਾਹਿਬ ਦੀ ਤਸਵੀਰ ਹੈ। ਤਸਵੀਰਾਂ ਮੇਰੀ ਦੁਨੀਆ ਹੈ ਜੀ। ਮੈਨੂੰ ਜ਼ਿਆਦਾ ਸ਼ੌਕ ਹੈ ਕਿਉਂਕਿ ਮੈਂ ਅਨਪੜ੍ਹ ਨਹੀਂ ਹੈ। ਫਿਰ ਮੈਂ ਇੰਜੀਨੀਅਰਿੰਗ ਕੀਤੀ ਛੋਟੂ ਰਾਮ ਪੋਲੀਟੈਕਨਿਕ 'ਚੋਂ। ਉੱਥੇ ਵੀ ਗਾਣੇ ਨੇ ਮੈਨੂੰ ਐਡਮਿਸ਼ਨ ਦਵਾਈ, ਕਿਉਂਕਿ ਇੱਥੇ ਦਾ ਲੁਧਿਆਣੇ ਦਾ ਕੋਈ ਕਾਲਜ ਮਨਜ਼ੂਰ ਨਹੀਂ ਸੀ। ਉੱਥੇ ਛੋਟੂ ਰਾਮ ਮੈਂ ਪਹਿਲਾਂ ਇੱਥੇ ਚਾਹੁੰਦਾ ਸੀ GNE 'ਚ। GNE ਵਾਜ਼ ਨਾਟ ਰਿਕਗਨਾਈਜ਼ਡ ਐਟ ਦੈਟ ਟਾਈਮ। ਉੱਥੇ ਫਿਰ ਮੈਂ ਜ਼ਬਰਦਸਤ, ਸਾਡੇ ਸ਼ੋਅ ਹੁੰਦੇ ਸੀ ਹਰਿਆਣਵੀ ਜਾਟ ਜਿਹੜੇ ਪ੍ਰੋਫੈਸਰ, अरे भाई ये कुलदीप आया है, ये तो रंग ला रहा है, सबको बना रहा है। तो ਉੱਥੇ ਫਿਰ ਹਰਿਆਣਵੀ ਲੈਂਗੁਏਜ ਦਾ ਆਪਣਾ ਸਵਾਦ ਹੈ। ਅਸੀਂ ਕਹਿੰਦੇ ਨਾ ਮੈਨੂੰ ਪਤਾ ਲੱਗ ਗਿਆ, ਹਰਿਆਣੇ 'ਚ ਕਹਿੰਦੇ ਮੰਨੇ ਮੇਰਾ ਪਟ ਗਿਆ। ਇੱਕ ਗੀਤ ਮੈਂ ਅਤੇ ਜਗਮੋਹਨ ਗਾਉਂਦੇ ਸੀ ਜਿਵੇਂ ਸਾਡੇ ਡਿਊਟ ਹੈ, ਉਹ ਸੀ ਕੁੜੀ ਕਹਿੰਦੀ ਸੱਜਣਾ ਮੈਂ ਜਾਂਗੀ ਮੇਲੇ ਮੈਂ, ਮੇਲਾ ਉਹਨਾਂ ਦਾ ਮੇਲਾ ਹੈ ਨਾ, ਸੱਜਣਾ ਮੈਂ ਜਾਂਗੀ ਮੇਲੇ ਮੈਂ। ਉਹ ਕਹਿੰਦਾ ਗੋਰੀਏ ਤੂੰ ਨਾ ਜਾ ਮੇਲੇ ਮੈਂ ਕਦੀ। ਕਿਉਂ? ਜਗਮੋਹਨ ਦਾ ਕਿਉਂ ਬੜਾ ਅੱਛਾ ਜੀ। ਮੈਂ ਕਿਹਾ ਊੜੇ ਖਾਏਗੀ ਧੱਕੇ ਧੂਲ ਸਭ ਬਾਤ ਫਜ਼ੂਲ। ਉਹ ਗੋਲੀ ਰਾਣ ਦੇ ਜੋ ਰਹਿਣੀ ਦੇ ਧੱਕੇ ਮੁੱਕੀ ਉੱਥੇ ਹੁੰਦੇ ਹੈ, ਤੂੰ ਘਰ ਬੈਠ। ਬਹੁਤ ਹਰਿਆਣੇ ਦੀ ਫਿਰ ਮੈਂ ਕੁਛ ਗੀਤ ਰਿਕਾਰਡ ਕਰਾਏ। ਫਿਰ ਮੈਂ ਸਿਵਲ ਇੰਜੀਨੀਅਰਿੰਗ ਉੱਥੋਂ ਕਰਕੇ 6 ਮਹੀਨੇ ਸਿਰ ਸਰਵਿਸ ਕੀਤੀ। ਫਿਰ ਬੰਬੇ, ਫਿਰ ਦਿਮਾਗ ਮੇਰੇ ਫਾਦਰ ਹੀ ਵਾਜ਼ ਮਿਲਟਰੀ ਅਫੀਸਰ। ਆਈ ਵਾਜ਼ ਬੋਰਨ ਇਨ ਰੰਗੂਨ, ਮੇਰੀ ਰੰਗੂਨ ਦੀ ਪੈਦਾਇਸ਼ ਹੈ, ਬਰਮਾ ਦੀ। ਸਾਰੀ ਫੈਮਿਲੀ, ਮੇਰੇ ਭਾਈ ਸਾਹਿਬ ਜਿਹਨਾਂ ਦਾ ਹਰਬੰਸ ਜੀ ਦੀ ਤਸਵੀਰ ਹੈ ਉਹ ਟਾਈ ਵਾਲੀ, ਉਹਨਾਂ ਦਾ ਕਲੋਜ਼ਅਪ ਜ਼ਰੂਰ ਦਿਓ। ਸੋ ਤੁਸੀਂ ਵਿਦੇਸ਼ਾਂ 'ਚ ਵੀ ਬਹੁਤ ਸਾਰੇ ਸ਼ੋਅ ਕੀਤੇ ਨੇ। ਬਹੁਤ ਵਿਦੇਸ਼ ਦਾ ਤਾਂ ਹੁਣ ਕੀ ਨਾਂ ਲੈਣਾ, ਕੈਨੇਡਾ, ਅਮਰੀਕਾ, ਨਾਰਵੇ, ਸਵੀਡਨ, ਆਸਟਰੀਆ ਇਕੱਠੇ ਹੁੰਦੇ ਆ, ਲੰਡਨ ਇਕੱਠੇ ਹੁੰਦੇ ਆ। ਔਰ ਕੋਈ ਅਸੀਂ ਕੰਟਰੀ ਤੁਸੀਂ ਨੇਮ ਦਾ ਕੰਟਰੀ ਵੀ ਹੈਵ ਪਰਫੋਰਮਡ ਦੇਅਰ। ਇੱਕ ਵਾਰੀ ਨਹੀਂ ਕਈ ਵਾਰੀ। ਹੁਣ ਫਿਰ ਅਸੀਂ ਰੈਡੀ ਬੈਠੇ ਹਾਂ। ਹੁਣ ਮੈਂ ਕੈਨੇਡਾ ਤੋਂ ਆਇਆ, ਮੇਰਾ ਕੋਲ 10-15 ਦਿਨ ਹੋਏ ਆ। ਸਾਡੀ ਉਹੀ ਗੱਲਬਾਤ ਹੈ, ਕਿਉਂਕਿ ਸਟੇਜ ਮੈਂ ਕਿਸੇ ਨੂੰ ਨਹੀਂ ਦਿੰਦਾ। ਸਟੇਜ ਜਿਹੜੀ ਹੈ ਨਾ, ਕੰਡਕਟਿੰਗ ਮੈਂ ਨਹੀਂ ਦਿੰਦਾ ਕਿਸੇ ਨੂੰ। ਐਵੇਂ ਕੋਈ ਆ ਕੇ ਭੈਣ ਉੱਥੇ ਭਰਾਓ ਲੋ ਜਿਨ੍ਹਾਂ ਦੀ ਸ਼ਾਇਦ ਵਰਗੀ ਮਿੱਠੀ ਆਵਾਜ਼ ਹੈ ਬਹਿ ਜੋ ਸੁਣੋ। मेरा स्टाइल है, मैं हैव योर अटेंशन प्लीज़ लेडीज़ एंड जेंटलमैन, भाई और बहनों, आज का ये रंगारंग का प्रोग्राम आपकी ज़िंदगी में एक बेहतरीन यादगार बन के रह जाएगा। क्लैपिंग होंदी है। सब तो पहले असीं धार्मिक गीत देते हैं गुरु गोबिंद सिंह जी महाराज का,
ਫਿਰ ਅਸੀਂ ਆਪਣੇ ਚੋਚਲੇ ਕਰਦੇ ਹਾਂ, ਮੈਂ ਅਤੇ ਜਗਮੋਹਨ। ਹੁਣ ਚੋਚਲੇ ਕਰ ਲਈ ਨਾ ਤਾਂ ਕੋਈ ਫੀਮੇਲ ਆਰਟਿਸਟ ਜਗਮੋਹਨ ਦੇ ਮੁਕਾਬਲੇ 'ਚ ਹੈ। ਮੈਂ ਚਾਹੁੰਦਾ ਹਜ਼ਾਰਾਂ ਜਗਮੋਹਨ ਪੈਦਾ ਹੋਣ, ਪਰ ਨਹੀਂ ਹੈ। ਨਾ ਕੋਈ ਮਾਈ ਮੋਣੋ, ਅਗਰ ਤੁਹਾਡੀ ਨਜ਼ਰ 'ਚ ਕੋਈ ਆਵੇ ਮਾਈ ਮੋਣੋ ਤਾਂ ਆਈ ਸ਼ੈਲ ਵੀ ਹਾਈਲੀ ਓਬਲਾਈਜ਼ਡ। ਸੋ ਹੋਰ ਦੱਸੋ, ਮੈਂ ਕਾਫੀ ਮੁਲਾਕਾਤ ਜਗਮੋਹਨ ਜੀ ਨਾਲ ਕਿਸ ਤਰ੍ਹਾਂ ਹੋਈ? ਹਾਂ, ਕੈਲਕਟਾ ਇੱਕ ਸ਼ੋਅ ਹੋਇਆ ਸੀ, ਕੁੰਵਰ ਮਹਿੰਦਰ ਸਿੰਘ ਬੇਦੀ ਮੈਂ ਜ਼ਿਕਰ ਕਰ ਰਿਹਾ ਸੀ, ਭੁੱਲ ਜਾਣਾ, ਮੇਰਾ ਚੇਤਾ ਬੜਾ ਮਾੜਾ ਹੈ। ਮੈਂ ਰੋਟੀ ਖਾ ਰਿਹਾ ਹੋਵਾਂ ਨਾ, ਬੱਤੀ ਚਲੇ ਜਾਵੇ, ਮੈਨੂੰ ਡਰ ਰਹਿੰਦਾ ਬੁਰਕੀ ਕੰਨ 'ਚ ਹੀ ਨਾ ਪਾ ਲਵਾਂ। ਸੋ ਇਹ ਹੈ ਵੀ ਕੀ ਪੁੱਛਿਆ ਤੁਸੀਂ? ਜਗਮੋਹਨ ਜੀ ਨਾਲ ਮੁਲਾਕਾਤ? ਹਾਂ, ਕੈਲਕਟਾ। ਉੱਥੇ ਫਿਰ ਉੱਥੇ ਫਸਟ ਪ੍ਰਾਈਜ਼ ਸਾਨੂੰ ਦੋਨਾਂ ਨੂੰ ਮਿਲਿਆ। ਅਸੀਂ ਗੱਡੀ 'ਚ ਹੀ ਜਗਮੋਹਨ ਨੂੰ ਛੱਡਣ ਲਈ ਬੜੀ, ਜਗਮੋਹਨ ਬਹੁਤ ਖੂਬਸੂਰਤ ਸੀ, ਉਹਨੂੰ ਛੱਡਣ ਲਈ ਕਈ ਬੰਦੇ, ਉਧਰੋਂ ਗੱਡੀ ਹੌਲੀ ਹੌਲੀ ਚੱਲ ਰਹੀ ਹੈ, ਮੈਂ ਵੀ ਪਬਲਿਕ 'ਚ ਸੀਗਾ, ਥੋੜ੍ਹੀ ਹੌਲੀ ਚੱਲ ਰਿਹਾ ਸੀ ਕਿਉਂਕਿ ਮੇਰੇ ਨਾਲ ਉਹਨਾਂ ਦੀ ਅੱਖਾਂ ਨਾਲ ਗੱਲ ਹੋ ਚੁੱਕੀ ਸੀ ਵੀ ਯੂ ਆਰ ਅ ਗ੍ਰੇਟ ਆਰਟਿਸਟ। ਉਹਦੀ ਇੰਗੇਜਮੈਂਟ ਹੋਈ ਸੀਗੀ ਮਿਲਟਰੀ ਆਫਿਸਰ ਨਾਲ। ਉਹ ਕਹਿੰਦੀ ਮੈਂ ਆਈ ਡੋਂਟ ਵਾਂਟ ਟੂ ਗੈਟ ਮੈਰਿਡ ਵਿਦ ਏ ਮਿਲਟਰੀ ਆਫਿਸਰ, ਕਹਿੰਦੀ ਮੈਂ ਆਈ ਲਵ ਯੂ, ਆਈ ਲਾਈਕ ਯੂ। ਆਪਣੇ ਅਸੀਂ ਫਿਰ ਜੋੜੀ ਬਣਾਈ, ਅਸੀਂ ਬੜੀ ਕਾਮਯਾਬ ਰਹੇ। ਸਾਡਾ ਦੁਕਾਨਾ ਜਿਹੜਾ ਸੀ ਨਾ, ਮੇਰੀ ਗੱਲ ਸੁਣੋ ਸਰਦਾਰ ਜੀ, ਮੈਨੂੰ ਸਾੜੀ ਇੱਕ ਲਿਆ ਦਿਓ, ਨਖਰੇ ਵਾਲੀ ਨਾਰ ਦਾ ਨਖਰਾ ਹੋਰ ਵਧਾ ਦਿਓ। ਉਹ ਕਹਿੰਦੇ 2-3 ਚੀਜ਼ਾਂ ਲੈਣੀਆਂ, ਤੁਸੀਂ ਕਰਿਓ ਨਾ ਇਨਕਾਰ ਜੀ। ਬੜਾ ਸਾੜੀ ਜੰਪਰ ਡਾਂਡਾ, ਉਹ ਕਾਫੀ ਕੁਛ ਸੀਗਾ ਉਹਦੇ ਵਿੱਚ, ਗਾਣਾ ਸੁਪਰ ਹਿੱਟ ਹੋਣ ਵੀ। ਪਰ ਜਗਮੋਹਨ ਦਾ ਮੈਂ ਫਸਟ ਰਿਕਾਰਡ ਜਿਹੜਾ ਕਰਾਇਆ ਸੀ, ਉਹਨੇ ਗ੍ਰਾਮੋਫੋਨਸ ਜਿਹੜੀਆਂ ਸੀਗੀਆਂ ਨਾ, ਉਹ ਮਹਿੰਗਾ ਹੋ ਗਿਆ ਸੀ, ਇਹ ਬੰਦ ਹੋ ਗਈਆਂ ਸੀ। LP ਹੁੰਦੇ ਸੀ ਨਾ ਵੱਡੇ, LP ਹੁਣ ਵੱਡਾ ਤਵਾ ਜਿਹਨੂੰ ਪੱਥਰ ਦੇ ਕਹਿੰਦੇ। ਅਤੇ ਉਹ ਜਗਮੋਹਨ ਦਾ ਕੀ ਸੀ, ਬਾਪੂ ਵੇ ਅੱਡ ਹੁੱਡੀਆਂ, ਇੱਕ ਗੈਂ ਲੈ ਦੇ, ਇੱਕ ਮੈਂ ਲੈ ਦੇ, ਜੋ ਬਲਦ ਚੱਲੀਆਂ ਵਾਲੇ, ਬੋਤੀ ਲੈ ਦੇ ਝਾਂਜਰਾਂ ਵਾਲੀ ਵੀ ਅੱਡ ਹੁੰਦੀ ਹੈ। ਸੋ ਇਹ ਸੀਗਾ ਕਿ ਫਿਰ ਉਸ ਤੋਂ ਬਾਅਦ ਗੀਤ ਤੇ ਗੀਤ ਜਿਹੜਾ ਵੀ ਸੀ ਸੁਪਰ ਹਿੱਟ ਹੀ ਜਾਂਦਾ ਸੀ ਸਾਡਾ। ਸੋ ਹੁਣ ਤੱਕ ਠੀਕ ਹੈ, ਪਰ ਜਗਮੋਹਨ ਨਹੀਂ ਹੈ ਉਸ ਚੀਜ਼ ਦਾ। ਆਪਾਂ ਕੀ ਕਹਿ ਸਕਦੇ ਹਾਂ, ਰੱਬ ਦੇ ਹੱਥ ਜੋ ਗੱਲਬਾਤ ਹੁੰਦੀ ਹੈ। ਸੋ ਸਰ, ਪ੍ਰੋਗਰਾਮ ਜਿਹੜਾ ਹੈਗਾ ਵਾਈਂਡ ਅਪ ਕਰਨ ਦਾ ਵੇਲਾ ਚੱਲਿਆ, ਤੁਹਾਡੇ ਨਾਲ ਗੱਲ ਕਰ ਬਹੁਤ ਹੀ ਵਧੀਆ ਲੱਗਿਆ। ਸੋ ਤੁਹਾਡੇ ਇੱਕ ਸੌਂਗ ਸੁਣ ਕੇ ਕਰਦੇ ਹਾਂ। ਬਹਾਦਰ ਸ਼ਾਹ ਜ਼ਫਰ ਕਾ ਕਲਾਮ, ਉਹਨਾਂ ਦੀ ਹਿਸਟਰੀ ਦਾ ਤੁਹਾਨੂੰ ਪਤਾ ਹੈ, ਜੇਲ੍ਹ 'ਚ ਕੱਟੀ ਉਹਨਾਂ ਨੇ। ਹੋਰ सज़ा ये खूब मिली उनसे दिल लगाने की, सज़ा ये खूब मिली उनसे दिल लगाने की, वो क्या फिरे के डिंग 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 डिंग। सज़ा ये खूब मिली उनसे दिल लगाने की, सज़ा ये खूब मिली, वो क्या फिरे के टिन टिन टिन। सज़ा ये खूब मिली उनसे दिल लगाने की, वो क्या फिरे के नज़र फिर गई ज़माने की, सज़ा ये खूब मिली। हमारी उनकी हमारी उनकी मोहब्बत में फ़र्क है इतना, काबिल गौर शेर है। हमारी उनकी मोहब्बत में फ़र्क है इतना, उन्हें बिगड़ने की आदत हमें मनाने की, उन्हें बिगड़ने की आदत हमें
मनाने की सजा ये खूब मिली। वाह जी वाह, वाह जी, थैंक यू सर, थैंक यू सो मच, बहुत अच्छा लगा करके। सो फिर मुलाकात सोचता हूँ कि जल्दी होनी चाहिए। गीत संगीत पब्लिक बड़ा कुछ है, लेकिन ਲਿਮਿਟੇਸ਼ਨਸ ਹੁੰਦੀਆਂ ਤੁਹਾਡੀ ਆਵਾਜ਼ ਨੂੰ, ਕਿੰਨਾ ਤੁਹਾਨੂੰ ਟਾਈਮ ਹੈ ਸਟੇਸ਼ਨ 'ਤੇ, ਲੇਕਿਨ ਇਹਨੂੰ ਖੂਬਸੂਰਤੀ ਨਾਲ ਤੁਸੀਂ ਕਿਤੇ ਮੇਰੀ ਹਾਜ਼ਰੀ ਲਵਾਇਓ। ਥੈਂਕ ਯੂ ਵੈਰੀ ਮਚ, ਆਲ ਦ ਬੈਸਟ, ਹੈਵ ਏ ਹੈਪੀ ਨਿਊ ਈਅਰ ਪਲੀਜ਼, ਖੁਸ਼ ਆਮਦੀਦ ਫॉर हैप्पी न्यू ईयर प्लीज़। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਹੁਣ ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਤੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਆਗੇ ਪੜ੍ਹੇਗਾ ਇੰਡੀਆ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ। ਧੰਨਵਾਦ।